ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ PSTET, CTET, ਮਾਸਟਰ ਕੇਡਰ, NTT, ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੀ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਉਮੀਦ ਕਰਦਾ ਹਾਂ ਕਿ ਇਸ ਚੈਨਲ ਦੇ ਉੱਤੇ ਪਾਈਆਂ ਜਾਣ ਵਾਲੀਆਂ ਵੀਡੀਓ ਤੁਹਾਡੇ ਲਈ ਕਾਫੀ ਹੈਲਪਫੁਲ ਰਹਿੰਦੀਆਂ ਹੋਣਗੀਆਂ ਅਤੇ ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਦਾ ਹੋਊਗਾ। ਸੋ ਪਲੀਜ਼ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਬਾਕੀ ਦੇ ਤਰੀਕੇ ਵਾਲੀਆਂ ਵੀਡੀਓ ਜਿਹੜੀਆਂ ਉਹ ਪਹੁੰਚਦੀਆਂ ਰਹਿਣ। ਸੋ ਅੱਜ ਦਾ ਸੈਸ਼ਨ ਜਿਹੜਾ ਬੜਾ ਇੰਪੋਰਟੈਂਟ ਰਹਿਣਾ ਹੈ ਕਿਉਂਕਿ ਯੂਨੀਕ ਐਸ ਦੀ ਇੱਕ ਬੁੱਕ ਆਉਂਦੀ ਹੈ। ਸੋ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਉਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ MCQ ਹੈਗੇ ਨੇ। ਸੋ ਉਹਦੇ ਨਾਲ ਹੀ ਜਿਹੜੀ ਉਹਦੀ ਐਕਸਪਲੇਨੇਸ਼ਨ ਵੀ ਜਿਹੜੀ ਉਹ ਮਿਲਦੀ ਹੈਗੀ ਆ। ਸੋ ਇਸ ਕਰਕੇ ਇਹ ਕਾਫੀ ਇੰਪੋਰਟੈਂਟ ਤੁਹਾਡੇ ਲਈ ਸੈਸ਼ਨ ਰਹੂਗਾ। ਸੋ ਵੈਸੇ ਤਾਂ GK ਦੇ ਅਧੀਨ ਆਵੇਗਾ ਬਟ ਇਹ ਤੁਹਾਨੂੰ ਤਕਰੀਬਨ ਸਾਰੇ ਹੀ ਐਗਜ਼ਾਮ ਦੇ ਲਈ ਜਿਹੜਾ ਹੈਲਪਫੁਲ ਰਹੂਗਾ। ਸੋ ਸਾਰੇ ਜਿਹੜੇ ਕਰ ਸਕਦੇ ਜਿਵੇਂ PSTET ਹੋ ਗਿਆ, ਮਾਸਟਰ ਕੇਡਰ ਹੋ ਗਿਆ, NTT, ਪਟਵਾਰੀ, PSPCL, ਪੰਜਾਬ ਪੁਲਿਸ, ਸੁਪਰਵਾਈਜ਼ਰ, PSTET, ਸੋ ਇਹ ਸਾਰਿਆਂ ਦੇ ਲਈ ਤੁਹਾਨੂੰ ਜਿਹੜਾ ਹੈਲਪਫੁਲ ਰਹੂਗਾ। ਸੋ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜੇ MCQ ਦੇ ਵਿੱਚ ਰਹਿਣਗੇ। ਵੈਸੇ MCQ ਜਿਹੜੇ ਇਸ 'ਤੇ 10 ਰਹਿਣਗੇ ਬਟ ਇਹੀ 10 MCQ ਜਿਹੜੇ ਤੁਹਾਨੂੰ 50 MCQ ਦੇ ਬਰਾਬਰ ਰਹਿਣਗੇ ਕਿਉਂਕਿ ਇਹਦੇ ਵਿੱਚ ਐਕਸਪਲੇਨੇਸ਼ਨ ਵੀ ਮਿਲੇਗੀ ਜੋ ਕਿ ਤੁਹਾਨੂੰ ਜਿਹੜੇ ਕਹਿੰਦੇ ਆ ਹੋਰ ਕੁਐਸਚਨਾਂ ਦੇ ਵਿੱਚ ਵੀ ਮਦਦ ਕਰਨਗੇ। ਮੀਨਜ਼ ਕਿ ਤੁਹਾਡੇ ਹੈ ਨਾ ਇੱਕ ਕੁਐਸਚਨ ਤੋਂ ਹੀ ਤਕਰੀਬਨ 5-5 6-6 ਕੁਐਸਚਨ ਜਿਹੜੇ ਉਹ ਨਿਕਲ ਜਾਣਗੇ। ਸੋ ਇਸ ਕਰਕੇ ਬਹੁਤ ਇੰਪੋਰਟੈਂਟ ਰਹੂਗਾ। ਸੋ ਪਲੀਜ਼ ਇਸ ਨੂੰ ਸ਼ੇਅਰ ਔਰ ਜ਼ਰੂਰ ਕਰ ਦਿਆ ਕਰੋ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਆ। ਫਿਲਹਾਲ ਇਹ ਵਾਲੀ PDF ਵੀ ਤੁਹਾਨੂੰ ਮਿਲਦੀ ਰਹੇਗੀ। ਸੋ WhatsApp ਗਰੁੱਪ ਜਿਹੜਾ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ ਫਸਟ ਕੁਐਸਚਨ ਤੋਂ ਸ਼ੁਰੂਆਤ ਕਰਦੇ ਹਾਂ ਜੀ। ਸੋ ਫਸਟ ਕੁਐਸਚਨ ਹੈ, ਪਹਿਲਾ ਭਾਰਤੀ ਜਿਸ ਨੇ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕੀਤੀ ਸੀ ਜੋ ਕਿ IAS 2001 ਦੇ ਵਿੱਚ ਆਇਆ ਸੀ, NTS ਦੇ ਵਿੱਚ 2012 ਦੇ ਵਿੱਚ ਆਇਆ ਹੋਇਆ ਹੈ। ਔਰ ਆਪਸ਼ਨ 1 ਹੈ ਇਸਦਾ ਸਤਿੰਦਰ ਨਾਥ ਟੈਗੋਰ, ਆਪਸ਼ਨ 2 ਹੈ ਰਵਿੰਦਰ ਨਾਥ ਟੈਗੋਰ, ਆਪਸ਼ਨ 3 ਹੈ ਸੁਭਾਸ਼ ਚੰਦਰ ਬੋਸ ਅਤੇ ਆਪਸ਼ਨ 4 ਹੈ VD ਸਾਵਰਕਰ। ਸੋ ਭਾਰਤ ਦਾ ਪਹਿਲਾ ਵਿਅਕਤੀ ਜਿਸ ਨੇ ਸਿਵਲ ਸਰਵਿਸ ਦੀ ਜਿਹੜੀ ਪ੍ਰੀਖਿਆ ਉਹ ਪਾਸ ਕੀਤੀ ਸੀ। ਸੋ ਰਾਈਟ ਆਨਸਰ ਇਸਦਾ ਹੈ ਇਹ ਆਪਸ਼ਨ। ਸੋ ਭਾਰਤ ਦਾ ਪਹਿਲਾ ਵਿਅਕਤੀ ਜਿਹੜਾ ਹੈ ਜਿਸ ਨੇ ਸਿਵਲ ਸਰਵਿਸ ਦੀ ਜਿਹੜੀ ਕਹਿੰਦੇ ਪ੍ਰੀਖਿਆ ਪਾਸ ਕੀਤੀ ਸੀ ਸੋ ਇਹ ਸਤਿੰਦਰ ਨਾਥ ਟੈਗੋਰ ਸੀਗਾ। ਸੋ ਇਸ ਨੇ ਸਭ ਤੋਂ ਪਹਿਲਾਂ ਜਿਹੜੀ ਹੈ ਨਾ ਸਿਵਲ ਸਰਵਿਸ ਵਾਲੀ ਜਿਹੜੀ ਕਹਿ ਸਕਦੇ ਹਾਂ ਕਿ ਪੋਸਟ ਦੇ ਲਈ ਅਪਲਾਈ ਕੀਤਾ ਸੀ, ਉਸ ਪ੍ਰੀਖਿਆ ਨੂੰ ਜਿਹੜਾ ਪਾਸ ਕਰ ਲਿਆ ਸੀਗਾ। ਇਸ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਸਤਿੰਦਰ ਨਾਥ ਟੈਗੋਰ ਨੇ ਜਿਹੜਾ ਹੈ 1863 ਦੇ ਵਿੱਚ ਇਹ ਪ੍ਰੀਖਿਆ ਪਾਸ ਕੀਤੀ ਸੀਗੀ। ਇਸ ਤੋਂ ਬਾਅਦ ਰੋਮਸ ਦੱਤ ਨੇ ਜਿਹੜਾ ਪਾਸ ਕੀਤਾ ਸੀਗਾ। ਇਸ ਤੋਂ ਬਾਅਦ ਬਿਹਾਰੀ ਲਾਲ ਗੁਪਤਾ। ਸੋ ਇਹ ਜਿਹੜਾ ਚੌਥੇ ਨੰਬਰ ਦੇ ਉੱਪਰ ਆਉਂਦਾ ਸੁਰਿੰਦਰ ਨਾਥ ਬੈਨਰਜੀ। ਸੋ ਇਹਨਾਂ 4 ਵਿਅਕਤੀਆਂ ਨੇ ਜਿਹੜਾ ਸ਼ੁਰੂਆਤ ਦੇ ਵਿੱਚ ਕਹਿ ਸਕਦੇ ਹਾਂ ਨਾ ਸਿਵਲ ਸਰਵਿਸ ਜਿਹੜੇ ਟੈਸਟ ਸੀਗਾ ਉਸ ਨੂੰ ਪਾਸ ਕੀਤਾ ਸੀ। ਬਟ ਇਹਨਾਂ ਦੇ ਵਿੱਚੋਂ ਪਹਿਲਾ ਵਿਅਕਤੀ ਸੀਗਾ ਜਿਹੜਾ ਉਹ ਸਤਿੰਦਰ ਨਾਥ ਟੈਗੋਰ ਸੀ ਜਿਹਨੇ 1863 ਦੇ ਵਿੱਚ ਪਹਿਲੀ ਵਾਰ ਭਾਰਤ ਦਾ ਜਿਹੜਾ ਕਹਿ ਸਕਦੇ ਹੈ ਨਾ ਇਸ ਟੈਸਟ ਨੂੰ ਪਾਸ ਕਰ ਲਿਆ ਸੀ ਔਰ ਪਹਿਲਾ ਵਿਅਕਤੀ ਬਣਿਆ ਸੀ ਭਾਰਤ ਦਾ ਇਹ। ਨੈਕਸਟ ਹੈ 2 ਨੰਬਰ, ਅੰਗਰੇਜ਼ੀ ਕਾਲ ਦੇ ਦੌਰਾਨ ਐਕਟ ਅਧੀਨ ਭਾਰਤ ਦੇ ਵਿੱਚ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ ਸੀ। ਸੋ ਆਪਸ਼ਨ 1 ਹੈ ਚਾਰਟਰ ਐਕਟ ਦੇ ਅਧੀਨ, ਆਪਸ਼ਨ 2 ਹੈ ਵੁੱਡ ਡਿਸਪੈਚ ਦੇ ਅਧੀਨ, ਆਪਸ਼ਨ 3 ਹੈ ਹੰਟਰ ਕਮਿਸ਼ਨ ਦੇ ਅਧੀਨ ਅਤੇ ਆਪਸ਼ਨ 4 ਹੈ ਰੈਗੂਲੇਟਿੰਗ ਐਕਟ ਦੇ ਅਧੀਨ। ਤਾਂ ਅੰਗਰੇਜ਼ੀ ਕਾਲ ਦੇ ਦੌਰਾਨ ਭਾਰਤ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਹੈ ਉਸ ਦੀ ਸਥਾਪਨਾ ਕੀਤੀ ਗਈ ਸੀਗੀ ਇਹਨਾਂ ਦੇ ਵਿੱਚੋਂ ਐਕਟ ਰੈਗੂਲੇਟਿੰਗ ਦੇ ਅਧੀਨ। ਠੀਕ ਆ। ਸੋ ਲਾਸਟ ਆਪਣਾ ਜਿਹੜਾ ਸੈਸ਼ਨ ਵੀ ਚੱਲ ਕੇ ਹਟਿਆ ਸੁਪਰੀਮ ਕੋਰਟ ਵਾਲਾ, ਸੋ ਉਹਦੇ ਵਿੱਚ ਮੈਂਸ਼ਨ ਨਹੀਂ ਕੀਤਾ ਵੈਸੇ। ਸੋ ਉਹਦੇ ਵਿੱਚ MCQ ਹੈ ਨਾ ਤੁਹਾਨੂੰ ਇਹ ਮਦਦ ਕਰ ਰਹੂਗਾ। ਸੋ ਰੈਗੂਲੇਟਿੰਗ ਐਕਟ ਸੀਗਾ ਜਿਹੜਾ ਜਿਸ ਦੇ ਅਧੀਨ ਸਾਡੇ ਭਾਰਤ ਦੇ ਵਿੱਚ ਅੰਗਰੇਜ਼ੀ ਕਾਲ ਦੇ ਦੌਰਾਨ ਹੀ ਜਿਹੜਾ ਕਹਿ ਸਕਦੇ ਹਾਂ ਸੁਪਰੀਮ ਕੋਰਟ ਦੀ ਵਿਵਸਥਾ ਕਰ ਦਿੱਤੀ ਸੀਗੀ। ਓਕੇ। ਤਾਂ ਰੈਗੂਲੇਟਿੰਗ ਐਕਟ ਸੀਗਾ ਜਿਹੜਾ ਇਹ 1773 ਦੇ ਵਿੱਚ ਪਾਸ ਕੀਤਾ ਗਿਆ ਸੀਗਾ ਔਰ ਇਸ ਦੇ ਵਿੱਚ ਕੰਪਨੀ ਦੇ ਕੰਮਾਂ ਅਤੇ ਬ੍ਰਿਟਿਸ਼ ਸਰਕਾਰ ਦੇ ਕੰਟਰੋਲ ਦਾ ਇਹ ਪਹਿਲਾ ਯਤਨ ਸੀਗਾ। ਮੀਨਸ ਕਿ ਜੋ ਪਹਿਲਾਂ ਕੰਪਨੀ ਜਿਹੜਾ ਕਹਿ ਸਕਦੇ ਸ਼ਾਸਨ ਕਰ ਰਹੀ ਸੀਗੀ ਦੇਸ਼ ਦੇ ਉੱਪਰ, ਉਹਨਾਂ ਦੇ ਸਾਰੇ ਕਾਰਜ ਜਿਹੜੇ ਸੀਗੇ ਉਹ ਇਹਦਾ ਅਧੀਨ ਆ ਗਏ ਸੀਗੇ ਬ੍ਰਿਟਿਸ਼ ਸਰਕਾਰ ਦੇ ਅਧੀਨ। ਮੀਨਜ਼ ਇਹ ਪਹਿਲਾ ਯਤਨ ਕੀਤਾ ਗਿਆ ਸੀ 1773 ਦੇ ਵਿੱਚ। ਠੀਕ ਹੈ। ਰੈਗੂਲੇਟਿੰਗ ਐਕਟ ਦੇ ਅਧੀਨ ਉਸ ਸਮੇਂ ਗੱਲ ਕਰੀਏ ਤਾਂ ਬੰਗਾਲ ਦੇ ਗਵਰਨਰ ਨੂੰ ਜਿਹੜਾ ਇਸ ਦਾ ਗਵਰਨਰ ਜਨਰਲ ਉਹ ਬਣਾ ਦਿੱਤਾ ਗਿਆ ਸੀਗਾ। ਠੀਕ ਹੈ। ਇਸ ਐਕਟ ਦੇ ਅਧੀਨ ਵਾਰਨ ਹੇਸਟਿੰਗ ਜਿਹੜਾ ਸੀ ਉਸ ਦੇ ਤਹਿਤ ਭਾਰਤ ਦੇ ਪਹਿਲੇ ਗਵਰਨਰ ਜਨਰਲ ਜਿਹੜੇ ਉਹ ਬਣੇ ਸੀਗੇ।
1773 ਦੇ ਰੈਗੂਲੇਟਿੰਗ ਐਕਟ ਦੇ ਅਧੀਨ। ਠੀਕ ਹੈ, ਵਾਰਨ ਹੈਸਟਿੰਗ ਸੀਗੇ ਜਿਹੜੇ ਉਹ ਇਸੇ ਐਕਟ ਦੇ ਅਧੀਨ ਭਾਰਤ ਦੇ ਪਹਿਲੇ ਗਵਰਨਰ ਜਨਰਲ ਜਿਹੜੇ ਬਣ ਪਾਏ ਸੀਗੇ। ਔਰ ਇਸ ਦੇ ਮੁਤਾਬਕ ਭਾਰਤ ਦੇ ਵਿੱਚ ਕੰਪਨੀ ਸ਼ਾਸਨ ਦੇ ਲਈ ਪਹਿਲੀ ਵਾਰ ਲਿਖਤੀ ਕਾਨੂੰਨ ਜਿਹੜਾ ਜਾਂ ਸੰਵਿਧਾਨ ਜਿਹੜਾ ਹੈ ਉਹ ਪੇਸ਼ ਕੀਤਾ ਗਿਆ ਸੀ 1773 ਦੇ ਵਿੱਚ ਰੈਗੂਲੇਟਿੰਗ ਐਕਟ ਦੇ ਅਧੀਨ। ਓਕੇ, ਲਿਖਤੀ ਸੰਵਿਧਾਨ, ਇਸ ਤੋਂ ਪਹਿਲਾਂ ਨਹੀਂ ਸੀਗਾ, ਧਿਆਨ ਰੱਖਣਾ। ਤਾਂ ਇਸ ਤੋਂ ਬਾਅਦ ਕਲਕੱਤਾ ਦੇ ਵਿਖੇ ਸਰਵਉੱਚ ਅਦਾਲਤ ਦੀ ਜਿਹੜੀ ਸਥਾਪਨਾ ਕੀਤੀ ਗਈ ਸੀਗੀ ਅਤੇ ਕਲਕੱਤਾ ਸਰਕਾਰ ਨੂੰ ਬੰਗਾਲ, ਬਿਹਾਰ, ਉੜੀਸਾ ਦੇ ਲਈ ਕਾਨੂੰਨ ਬਣਾਉਣ ਦਾ ਅਧਿਕਾਰ ਵੀ ਦਿੱਤਾ ਗਿਆ ਸੀਗਾ। ਮੀਨਜ਼ ਕਿ ਸਰਵਉੱਚ ਅਦਾਲਤ ਜਿਹੜੀ ਆ ਉਹ ਕਲਕੱਤਾ ਵਿਖੇ ਐਸਟੈਬਲਿਸ਼ ਕਰ ਦਿੱਤੀ ਸੀਗੀ, ਪਰ ਇਸ ਦੇ ਨਾਲ ਹੀ ਕਲਕੱਤਾ ਸਰਕਾਰ ਨੂੰ ਇਹ ਅਧਿਕਾਰ ਵੀ ਦੇ ਦਿੱਤਾ ਸੀ ਕਿ ਉਹ ਬੰਗਾਲ ਨੂੰ ਲੈ ਕੇ, ਬਿਹਾਰ ਨੂੰ ਲੈ ਕੇ ਅਤੇ ਉੜੀਸਾ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕਾਨੂੰਨ ਜਿਹੜਾ ਹੈ ਉਹ ਬਣਾ ਸਕਦੀ ਹੈ ਸੁਤੰਤਰ ਰੂਪ ਦੇ ਵਿੱਚ। ਓਕੇ, ਔਰ ਇਸ ਐਕਟ ਦੇ ਰਾਹੀਂ ਕੰਪਨੀ ਦੇ ਅਧਿਕਾਰੀਆਂ ਨੂੰ ਨਿੱਜੀ ਵਪਾਰ ਕਰਨ ਦੇ ਉੱਪਰ ਰੋਕ ਲਗਾ ਦਿੱਤੀ ਸੀ। ਸਿੱਧਾ ਜਿਹੜਾ ਅਧਿਕਾਰ ਹੋ ਗਿਆ ਸੀ ਉਹ ਬ੍ਰਿਟਿਸ਼ ਸਰਕਾਰ ਦਾ ਹੋ ਗਿਆ ਸੀਗਾ। ਹੁਣ ਕੰਪਨੀ ਜਿਹੜੀ ਸੀਗੀ ਉਹ ਨਿੱਜੀ ਰੂਪ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵਪਾਰ ਜਿਹੜਾ ਉਹ ਨਹੀਂ ਕਰ ਸਕਦੀ ਸੀਗੀ। ਓਕੇ, ਨੈਕਸਟ ਹੈ ਤੀਸਰਾ ਕੁਐਸਚਨ, ਬ੍ਰਿਟਿਸ਼ ਰਾਜ ਦੇ ਵਿੱਚ ਨੀਲ ਦੀ ਖੇਤੀ ਕਿੱਥੇ ਕੀਤੀ ਜਾਂਦੀ ਸੀਗੀ? ਆਪਸ਼ਨ 1 ਹੈ ਬੰਗਾਲ ਦੇ ਵਿੱਚ, ਆਪਸ਼ਨ 2 ਹੈ ਬਿਹਾਰ ਦੇ ਵਿੱਚ, ਆਪਸ਼ਨ 3 ਹੈ ਏ ਔਰ ਬੀ ਆਪਸ਼ਨ ਅਤੇ ਆਪਸ਼ਨ 4 ਹੈ ਦੱਖਣੀ ਭਾਰਤ ਦੇ ਵਿੱਚ। ਤਾਂ ਬ੍ਰਿਟਿਸ਼ ਕਾਲ ਦੇ ਵਿੱਚ ਨੀਲ ਦੀ ਖੇਤੀ ਜਿਹੜੀ ਕੀਤੀ ਜਾਂਦੀ ਸੀ ਉਹ ਬੰਗਾਲ ਅਤੇ ਬਿਹਾਰ ਦੇ ਵਿੱਚ ਕੀਤੀ ਜਾਂਦੀ ਸੀਗੀ, ਜਦੋਂ ਬ੍ਰਿਟਿਸ਼ ਰਾਜ ਜਿਹੜਾ ਕਹਿ ਸਕਦੇ ਆ ਐਸਟੈਬਲਿਸ਼ ਸੀਗਾ ਭਾਰਤ ਦੇ ਵਿੱਚ। ਓਕੇ, ਤਾਂ ਨੀਲ ਦੀ ਜਿਹੜੀ ਕੀਤੀ ਜਾਂਦੀ ਸੀ ਬਟ ਇਸ ਦੇ ਵਿਰੁੱਧ ਕਹਿ ਸਕਦੇ ਇੱਕ ਵਿਦਰੋਹ ਵੀ ਜਿਹੜਾ ਸ਼ੁਰੂ ਹੋਇਆ ਸੀ। ਔਰ ਇਹ ਵਿਦਰੋਹ ਸੀਗਾ ਜਿਹੜਾ 1833 ਦੇ ਵਿੱਚ ਅੰਗਰੇਜ਼ਾਂ ਨੇ ਭਾਰਤੀ ਕਿਸਾਨਾਂ ਨੂੰ ਨੀਲ ਜਿਹੜਾ ਕਿ ਕੱਪੜੇ ਰੰਗਣ ਵਾਲਾ ਰੰਗ ਸੀਗਾ ਉਸ ਦੇ ਬਗੀਚੇ ਬਿਹਾਰ ਅਤੇ ਬੰਗਾਲ ਦੇਸ਼ ਦੇ ਵਿੱਚ ਲਗਾਏ ਸੀਗੇ। ਠੀਕ ਹੈ, ਔਰ ਬਗੀਚਿਆਂ ਦੇ ਅੰਗਰੇਜ਼ ਮਾਲਕ ਨੇ ਭਾਰਤੀ ਕਿਸਾਨਾਂ ਦਾ ਜਿਹੜਾ ਸ਼ੋਸ਼ਣ ਸ਼ੁਰੂ ਕਰ ਦਿੱਤਾ ਸੀ, ਜਿਹਦੇ ਕਾਰਨ ਕਰਕੇ 1833 ਦੇ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਨੀਲ ਵਿਦਰੋਹ ਜਿਹੜਾ ਸ਼ੁਰੂ ਹੋਇਆ ਸੀਗਾ। ਠੀਕ ਹੈ, ਇਹਦੇ ਬਗੀਚੇ ਜਿੱਥੇ ਮਿਲਦੇ ਨੇ ਬਿਹਾਰ ਤੇ ਬੰਗਾਲ ਦੇ ਵਿੱਚ, ਧਿਆਨ ਰੱਖਣਾ ਸ਼ੁਰੂਆਤ ਦੇ ਵਿੱਚ ਉੱਥੇ ਹੁੰਦੇ ਸੀਗੇ ਇਸ ਦੇ। ਠੀਕ ਹੈ, ਔਰ 1859 ਤੋਂ ਬਾਅਦ ਦੇ ਵਿੱਚ ਕਿਸਾਨਾਂ ਨੇ ਇਸ ਵਿਦਰੋਹ ਦੇ ਵਿੱਚ ਇੱਕ ਹਿੰਸਕ ਕਾਰਵਾਈ ਜਾਂ ਹਿੰਸਕ ਵਿਦਰੋਹ ਵੀ ਕੀਤਾ ਸੀ, ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਪਰ ਜਿਹੜਾ ਅੰਗਰੇਜ਼ ਇਹਨਾਂ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਚੁੱਕੇ ਸੀਗੇ। ਔਰ ਇਸ ਨੂੰ ਨੀਲ ਵਿਦਰੋਹ ਜਾਂ ਬਲੂ ਮਨਟੇਨੀ ਜਿਹੜਾ ਵੀ ਕਿਹਾ ਜਾਂਦਾ ਹੈ। ਠੀਕ ਹੈ, ਸੋ 1833 ਦੇ ਵਿੱਚ ਇਹ ਵਿਦਰੋਹ ਸ਼ੁਰੂ ਹੋਇਆ ਸੀ ਅਤੇ ਮਹਾਤਮਾ ਗਾਂਧੀ ਨੇ ਚੰਪਾਰਣ ਬਿਹਾਰ ਦੇ ਵਿੱਚ ਨੀਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਨਾਲ ਚੰਪਾਰਣ ਅੰਦੋਲਨ ਜਿਹੜਾ ਸ਼ੁਰੂ ਕੀਤਾ ਸੀ। ਮੀਨ ਜਿਸ ਦੇ ਵਿੱਚ ਮਹਾਤਮਾ ਗਾਂਧੀ ਨੇ ਵੀ ਜਿਹੜਾ ਸਹਿਯੋਗ ਪਾਇਆ ਸੀਗਾ ਤਾਂ ਕਿ ਨੀਲ ਵਿਦਰੋਹ ਜਿਹੜਾ ਹੈ ਨਾ ਉਹ ਕੰਪਲੀਟ ਹੋ ਸਕੇ, ਉਸ ਮਿਸ਼ਨ ਦੇ ਵਿੱਚ ਕਹਿ ਸਕਦੇ ਸਕਸੈਸਫੁਲ ਹੋ ਸਕੇ। ਔਰ ਇਸ ਦੇ ਨਾਲ ਸੰਬੰਧਿਤ ਦੀਨਬੰਧੂ ਮਿੱਤਰ ਨੇ ਨੀਲ ਦਰਪਣ ਨਾਮਕ ਇੱਕ ਨਾਵਲ ਦੀ ਰਚਨਾ ਕੀਤੀ ਸੀ, ਜਿਸ ਦੇ ਵਿੱਚ ਸਾਰਾ ਕੁਝ ਇਹ ਬਿਆਨ ਕੀਤਾ ਗਿਆ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਹਿ ਸਕਦੇ ਹਾਂ ਨਾ ਇਸ ਸੰਘਰਸ਼ ਦੇ ਵਿੱਚ ਲੋਕਾਂ ਨੇ ਜਿਹੜਾ ਯੋਗਦਾਨ ਪਾਇਆ ਸੀਗਾ। ਦੀਨਬੰਧੂ ਮਿੱਤਰ ਸੀਗਾ ਜਿਸ ਦੇ ਦੁਆਰਾ ਨੀਲ ਦਰਪਣ ਨਾਮਕ ਨਾਵਲ ਲਿਖਿਆ ਹੋਇਆ ਹੈ। ਔਰ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਨੀਲ ਦੀ ਖੇਤੀ ਜਿਹੜੀ ਹੈ ਉਹ ਗੁਜਰਾਤ ਦੇ ਵਿੱਚ ਸ਼ੁਰੂ ਹੋਈ ਸੀ, ਬਾਅਦ ਦੇ ਵਿੱਚ ਬਾਕੀ ਦੇ ਖੇਤਰਾਂ ਦੇ ਵਿੱਚ ਪਹੁੰਚੀ ਸੀਗੀ। ਸਭ ਤੋਂ ਪਹਿਲਾਂ ਗੁਜਰਾਤ ਦੇ ਵਿੱਚ, ਓਕੇ, ਬਾਅਦ ਦੇ ਵਿੱਚ ਬਿਹਾਰ, ਬੰਗਾਲ, ਬਾਕੀ ਦੇ ਜਿਹੜੇ ਖੇਤਰ ਸੀ ਉੱਥੋਂ ਤੱਕ ਪਹੁੰਚ ਪਾਈ ਸੀਗੀ। ਤਾਂ ਇਸ ਤੋਂ ਇਲਾਵਾ ਕੁਛ ਪ੍ਰਮੁੱਖ ਕਿਸਾਨੀ ਅੰਦੋਲਨ ਰਹੇ ਨੇ। ਸੋ ਹੁਣ ਵੀ ਵਰਤਮਾਨ ਸਮੇਂ ਸਾਡਾ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਨਾ, ਸੋ ਇਹ ਵੀ ਇੱਕ ਜ਼ਿਕਰਯੋਗ ਹੈ, ਆਉਣ ਵਾਲੇ ਇਤਿਹਾਸ ਦੇ ਵਿੱਚ ਤੁਹਾਡੇ ਲਈ ਹੈ ਨਾ ਕੁਐਸਚਨ ਬਣ ਸਕਦਾ ਹੈ। ਸੋ ਪਹਿਲਾਂ ਜਿਹੜਾ ਕਹਿ ਸਕਦੇ ਹਾਂ 1859 ਤੋਂ 62 ਤੱਕ ਚੱਲਿਆ ਸੀਗਾ ਨੀਲ ਵਿਦਰੋਹ, ਇਹ ਬੰਗਾਲ ਦੇ ਵਿੱਚ ਚੱਲਿਆ ਸੀ। ਠੀਕ ਹੈ, ਖੇਤਰ ਵੀ ਯਾਦ ਰੱਖਣਾ ਕਿ ਕਿਹੜੇ ਡਿਸਟ੍ਰਿਕਟ ਦੇ ਵਿੱਚ, ਕਿਹੜੇ ਜਿਹੜੇ ਸਟੇਟ ਦੇ ਵਿੱਚ ਸੀਗਾ। ਦੂਸਰਾ ਸੀ 1917-18 ਦੇ ਵਿੱਚ ਇਹ ਚੰਪਾਰਣ ਦਾ ਅੰਦੋਲਨ ਸੀ, ਇਹ ਵੀ ਬਿਹਾਰ ਦੇ ਵਿੱਚ ਸ਼ੁਰੂ ਹੋਇਆ ਸੀ। ਸੋ ਇਹ ਅੰਦੋਲਨ ਵੀ ਸੇਮ ਹੀ ਸੀ, ਨੀਲ ਦੇ ਨਾਲ ਹੀ ਸੰਬੰਧਿਤ ਸੀਗਾ। ਓਕੇ, ਤੀਸਰਾ ਸੀਗਾ 1918 ਦੇ ਵਿੱਚ ਖੇੜਾ ਅੰਦੋਲਨ, ਇਹ ਗੁਜਰਾਤ ਦੇ ਵਿੱਚ ਸ਼ੁਰੂ ਹੋਇਆ ਸੀਗਾ। ਚੌਥਾ ਅੰਦੋਲਨ ਹੈ 1946-47, ਇਹ ਤੇਭਾਗਾ ਅੰਦੋਲਨ ਸੀ, ਇਹ ਵੀ ਬੰਗਾਲ ਦੇ ਵਿੱਚ ਸ਼ੁਰੂ ਹੋਇਆ। ਦੋ ਅੰਦੋਲਨ ਰਹੇ ਨੇ। ਇਸ ਤੋਂ ਬਾਅਦ 1946 ਤੋਂ 51 ਤੱਕ ਚੱਲਿਆ ਹੈ ਤੇਲੰਗਾਨਾ ਅੰਦੋਲਨ, ਇਹ ਆਂਧਰਾ ਪ੍ਰਦੇਸ਼ ਰਾਜ ਦੇ ਵਿੱਚ ਸੀਗਾ ਉਸ ਸਮੇਂ। ਸੋ ਉਸ ਸਮੇਂ ਇਹ ਜਿਹੜੇ ਕਹਿ ਸਕਦੇ ਹਾਂ ਅੰਦੋਲਨ ਚੱਲੇ ਸੀ। ਇਹ ਜਿਹੜੇ ਸਾਰੇ ਪੰਜ ਦੇ ਪੰਜ ਜਿਹੜੇ ਅੰਦੋਲਨ ਨੇ ਇਹ ਕਿਸਾਨੀ ਦੇ ਨਾਲ ਸੰਬੰਧਿਤ ਅੰਦੋਲਨ ਨੇ ਜੋ ਵੱਖ-ਵੱਖ ਸਮੇਂ ਦੇ ਉੱਪਰ ਚੱਲੇ ਹੈਗੇ ਨੇਗੇ। ਨੈਕਸਟ ਹੈ 4 ਨੰਬਰ ਕੁਐਸਚਨ, ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੂੰ ਕਿੱਥੇ ਕੈਦ ਕਰਕੇ ਰੱਖਿਆ ਗਿਆ ਸੀ? ਆਪਸ਼ਨ 1 ਹੈ ਰੰਗੂਨ ਬ੍ਰਹਮਾ ਵਿਖੇ, ਆਪਸ਼ਨ 2 ਹੈ ਜਾਫਨਾ ਵਿਖੇ, ਆਪਸ਼ਨ 3 ਹੈ ਲਾਲ ਕਿਲੇ ਵਿਖੇ ਅਤੇ ਆਪਸ਼ਨ 4 ਹੈ ਬਨਾਰਸ ਵਿਖੇ। ਤਾਂ ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜੋ ਕਿ ਭਾਰਤ ਦਾ ਰਿਹਾ ਹੈ, ਸੋ ਉਸ ਨੂੰ ਕੈਦ ਕਰਕੇ ਰੱਖਿਆ ਗਿਆ ਸੀਗਾ ਰੰਗੂਨ ਵਿਖੇ ਜੋ ਕਿ ਬ੍ਰਹਮਾ ਦੇ ਵਿੱਚ ਸੀਗਾ। ਸੋ ਉੱਥੇ ਉਹਨਾਂ ਨੂੰ ਜਿਹੜਾ ਉਮਰ ਕੈਦ ਜਿਹੜੀ ਹੈ ਨਾ ਸਜ਼ਾ ਸੁਣਾਈ ਗਈ ਸੀਗੀ।
ਔਰ ਮੁਗਲ ਵੰਸ਼ ਅਤੇ ਭਾਰਤ ਦਾ ਆਖਰੀ ਸ਼ਾਸਕ ਜਿਹੜਾ ਬਹਾਦਰ ਸ਼ਾਹ ਜ਼ਫਰ ਸੀਗਾ, ਇਸ ਨੂੰ 1858 ਦੇ ਵਿੱਚ 1857 ਦੇ ਵਿਰੋਧ ਦੇ ਕਾਰਨ ਅਪਰਾਧ 'ਚ ਉਮਰ ਕੈਦ ਦੀ ਜਿਹੜੀ ਸਜ਼ਾ ਦੇ ਕੇ ਰੰਗੂਨ ਬ੍ਰਹਮਾ ਦੇ ਵਿੱਚ ਭੇਜ ਦਿੱਤਾ ਸੀ, ਜਿਸ ਦਾ ਵਰਤਮਾਨ ਨਾਂ ਜਿਹੜਾ ਹੈ ਉਹ ਮਿਆਂਮਾਰ ਹੈਗਾ। ਸੋ ਇਸ ਸਥਾਨ ਵਿਖੇ ਜਿਹੜੀ ਉਮਰ ਕੈਦ ਲਈ ਇਹਨਾਂ ਨੂੰ ਭੇਜ ਦਿੱਤਾ ਸੀ, ਕਿਉਂਕਿ ਇਹਨਾਂ ਨੇ ਜਿਹੜਾ 1857 ਦਾ ਵਿਦਰੋਹ ਹੋਇਆ ਸੀ ਉਸ ਦੇ ਵਿੱਚ ਯੋਗਦਾਨ ਪਾਇਆ ਸੀ ਜਾਂ ਪਾਰਟੀਸਪੇਟ ਕੀਤਾ ਸੀ, ਔਰ ਇਹ ਆਖਰੀ ਮੁਗਲ ਬਾਦਸ਼ਾਹ ਸੀਗਾ ਭਾਰਤ ਦਾ। ਓਕੇ, ਔਰ ਜਿੱਥੇ 1863 ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਸੀਗੀ ਰੰਗੂਨ ਵਿਖੇ। ਓਕੇ, ਮੌਤ ਵੀ ਯਾਦ ਰੱਖਣਾ। ਔਰ ਭਾਰਤ ਦਾ ਪਹਿਲਾ ਮੁਸਲਿਮ ਸ਼ਾਸਕ ਸੀਗਾ ਕੁਤਬਦੀਨ ਐਬਕ। ਭਾਰਤ ਦਾ ਪਹਿਲਾ ਮੁਸਲਿਮ ਸ਼ਾਸਕ ਸੀ ਕੁਤਬਦੀਨ ਐਬਕ ਅਤੇ ਭਾਰਤ ਦਾ ਸੁਤੰਤਰ ਪਹਿਲਾ ਸ਼ਾਸਕ ਸੀਗਾ ਇਲਤੁਤਮਿਸ। ਹਾਲਾਂਕਿ ਪਹਿਲਾ ਜਿਹੜਾ ਉਹ ਕੁਤਬਦੀਨ ਰਿਹਾ ਹੈ, ਬਟ ਸੁਤੰਤਰ ਰੂਪ ਦੇ ਵਿੱਚ ਇਹਨੇ ਆਪਣਾ ਸ਼ਾਸਨ ਇਸਟੈਬਲਿਸ਼ ਕੀਤਾ ਸੀ ਉਹ ਇਲਤੁਤਮਿਸ ਰਿਹਾ ਸੀਗਾ, ਕਿਉਂਕਿ ਕੁਤਬਦੀਨ ਐਬਕ ਨੇ ਜਿਹੜਾ ਹੈ ਆਪਣੇ ਨਾਮ ਦੇ ਸਿੱਕੇ ਜਾਰੀ ਨਹੀਂ ਕੀਤੇ ਸਨ। ਓਕੇ, ਸੋ ਇਸ ਕਾਰਨ ਕਰਕੇ ਉਸ ਨੂੰ ਸੁਤੰਤਰ ਨਹੀਂ ਕਿਹਾ ਜਾ ਸਕਦਾ ਸੀ, ਬਟ ਇਲਤੁਤਮਿਸ ਨੇ ਜਿਹੜਾ ਆਪਣੇ ਨਾਮ ਦੇ ਸਿੱਕੇ ਜਾਰੀ ਕਰ ਦਿੱਤੇ ਸੀਗੇ। ਇਸ ਤੋਂ ਇਲਾਵਾ ਚੰਦਰਗੁਪਤ ਮੌਰੀਆ ਨੂੰ ਭਾਰਤ ਦਾ ਪਹਿਲਾ ਸ਼ਾਸਕ ਮੰਨਿਆ ਜਾਂਦਾ ਹੈਗਾ। ਚੰਦਰਗੁਪਤ ਮੌਰੀਆ ਜੋ ਕਿ ਭਾਰਤ ਦਾ ਪਹਿਲਾ ਸ਼ਾਸਕ ਹੈ। ਸ਼ਾਹਜਹਾਂ ਆਪਣੇ ਪੁੱਤਰ ਔਰੰਗਜ਼ੇਬ ਦੀ ਕੈਦ ਦੇ ਵਿੱਚ, ਜੋ ਕਿ ਆਗਰਾ ਦੇ ਕਿਲੇ ਦੇ ਵਿੱਚ ਸੀ ਰਹਿਣ ਵਾਲਾ ਇੱਕੋ ਇੱਕ ਜਿਹੜਾ ਮੁਗਲ ਸ਼ਾਸਕ ਹੈ, ਜਿਹੜਾ ਆਪਣੇ ਹੀ ਪੁੱਤਰ ਦੀ ਕੈਦ ਦੇ ਵਿੱਚ ਰਿਹਾ ਸੀਗਾ। ਠੀਕ ਹੈ, ਔਰ ਪੁੱਤਰ ਦੀ ਕੈਦ ਦੇ ਵਿੱਚ ਰਹਿਣ ਵਾਲਾ ਪਹਿਲਾ ਮੁਸਲਿਮ ਸ਼ਾਸਕ ਹੈ ਸ਼ਾਹਜਹਾਂ। ਠੀਕ ਹੈ, ਔਰੰਗਜ਼ੇਬ ਦੀ ਕੈਦ ਦੇ ਵਿੱਚ ਰਿਹਾ ਸੀਗਾ ਇਹ। ਨੈਕਸਟ ਹੈ 5 ਨੰਬਰ, ਸਿੱਧ ਸੈਨਾਪਤੀ ਤਾਤੀਆ ਟੋਪੇ ਕਿਸ ਦਾ ਸਮਕਾਲੀ ਸੀਗਾ? ਸੋ ਆਪਸ਼ਨ 1 ਹੈ ਲక్ష్ਮੀ ਬਾਈ ਦਾ, ਆਪਸ਼ਨ 2 ਹੈ ਨਾਨਾ ਸਾਹਿਬ, ਆਪਸ਼ਨ 3 ਹੈ ਬਹਾਦਰ ਸ਼ਾਹ ਜ਼ਫਰ ਅਤੇ ਆਪਸ਼ਨ 4 ਹੈ ਉਪਰੋਕਤ ਸਾਰੇ। ਸੋ ਪ੍ਰਸਿੱਧ ਸੀਗਾ, ਸੌਰੀ ਧਿਆਨ ਰੱਖਣਾ ਨਾ, ਸ਼ਾਇਦ ਮਿਸਟੇਕ ਰਹਿ ਗਈ ਹੈ। ਪ੍ਰਸਿੱਧ ਸੈਨਾਪਤੀ ਤਾਤੀਆ, ਠੀਕ ਹੈ, ਔਰ ਪ੍ਰਸਿੱਧ ਹੈ, ਸੋ ਮਿਸਟੇਕ ਰਹਿ ਗਈ, ਇਹਦੇ ਵਿੱਚ ਧਿਆਨ ਰੱਖਣਾ, ਪੀਪੀਟੀ ਦੇ ਵਿੱਚ ਸਹੀ ਕਰ ਦੇਵਾਂਗਾ। ਓਕੇ, ਸੋ ਤਾਤੀਆ ਟੋਪੇ ਕਿਸ ਦਾ ਸਮਕਾਲੀ ਸੀ ਇਹਨਾਂ ਦੇ ਵਿੱਚੋਂ? ਸੋ ਰਾਈਟ ਇਸ ਦਾ ਆਨਸਰ ਡੀ ਆਪਸ਼ਨ, ਲక్ష్ਮੀ ਬਾਈ, ਨਾਨਾ ਸਾਹਿਬ, ਬਹਾਦਰ ਸ਼ਾਹ ਜ਼ਫਰ, ਇਹਨਾਂ ਤਿੰਨਾਂ ਦਾ ਸਮਕਾਲੀ ਸੀਗਾ ਜੀ ਪ੍ਰਸਿੱਧ ਸੈਨਾਪਤੀ ਤਾਤੀਆ ਟੋਪੇ, ਜਿਹਦਾ ਕਾਫੀ ਨਾਮ ਰਿਹਾ ਸੀਗਾ। ਓਕੇ, ਨੈਕਸਟ ਹੈ 6 ਨੰਬਰ, ਵੁੱਡ ਡਿਸਪੈਚ 1854 ਦੇ ਵਿੱਚ ਜਿਹੜਾ ਪਾਸ ਹੋਇਆ ਸੀ, ਇਸ ਦਾ ਸੰਬੰਧ ਕਿਸ ਦੇ ਨਾਲ ਸੀ? ਆਪਸ਼ਨ 1 ਹੈ ਸਿੱਖਿਆ ਦੇ ਨਾਲ, ਆਪਸ਼ਨ 2 ਹੈ ਆਰਥਿਕਤਾ ਦੇ ਨਾਲ, ਆਪਸ਼ਨ 3 ਹੈ ਰਾਜਨੀਤੀ ਦੇ ਨਾਲ ਅਤੇ ਆਪਸ਼ਨ 4 ਹੈ ਈਸਾਈ ਧਰਮ ਦੇ ਪ੍ਰਚਾਰ ਕਰਨ ਦੇ ਨਾਲ। ਤਾਂ ਵੁੱਡ ਡਿਸਪੈਚ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਸੀ, ਇਹਦਾ ਮੁੱਖ ਮਕਸਦ ਸੀਗਾ ਸਿੱਖਿਆ ਨੂੰ ਪ੍ਰਮੋਟ ਕਰਨਾ। ਸੋ ਕਾਫੀ ਹੱਦ ਤੱਕ ਜਿਹੜਾ ਕਹਿ ਸਕਦੇ ਹੈਗੇ ਆ, ਹੈ ਨਾ। ਸੋ ਅੱਜ ਦੀ ਸਾਡੀ ਐਜੂਕੇਸ਼ਨ ਜਿਹੜੀ ਹੈ ਉਹ ਇਸੇ ਹੀ ਡਿਸਪੈਚ ਦੇ ਉੱਪਰ ਡਿਪੈਂਡ ਹੈਗੀ ਹੈਗੀ। ਬਹੁਤ ਸਾਰੇ ਕਨਸੈਪਟ ਜਿਹੜੇ ਆ ਇਸੇ ਦੇ ਵਿੱਚੋਂ ਅਸੀਂ ਆਧਾਰ ਬਣਾ ਕੇ ਲਏ ਹੋਏ ਹੈਗੇ। ਓਕੇ, ਸੋ ਨੈਕਸਟ ਹੈ 7 ਨੰਬਰ, ਸਿੰਘ ਸਭਾ ਅੰਦੋਲਨ ਦੀ ਸ਼ੁਰੂਆਤ ਕਦੋਂ ਹੋਈ ਸੀ? ਆਪਸ਼ਨ 1 ਹੈ 18ਵੀਂ ਸਦੀ ਦੇ ਵਿੱਚ, ਆਪਸ਼ਨ 2 ਹੈ 19ਵੀਂ ਸਦੀ ਦੇ ਵਿੱਚ, ਆਪਸ਼ਨ 3 ਹੈ 17ਵੀਂ ਸਦੀ ਦੇ ਵਿੱਚ ਅਤੇ ਆਪਸ਼ਨ 4 ਹੈ 16ਵੀਂ ਸਦੀ ਦੇ ਵਿੱਚ। ਤਾਂ ਸਿੰਘ ਸਭਾ ਅੰਦੋਲਨ ਦੀ ਸ਼ੁਰੂਆਤ ਹੋਈ ਸੀਗੀ 19ਵੀਂ ਸਦੀ ਦੇ ਵਿੱਚ, ਜੋ ਕਿ ਇੱਕ ਅੰਦੋਲਨ ਸੀਗਾ ਅੰਗਰੇਜ਼ਾਂ ਦੇ ਵਿਰੁੱਧ। ਓਕੇ, ਸੋ ਇਸ ਤੋਂ ਇਲਾਵਾ ਬ੍ਰਹਮੋ ਸਮਾਜ ਜਿਹੜਾ ਹੈ ਉਹ ਸਟੈਬਲਿਸ਼ ਕੀਤਾ ਗਿਆ ਸੀਗਾ 1828 ਦੇ ਵਿੱਚ। ਆਰੀਆ ਸਮਾਜ ਦੀ ਸਥਾਪਨਾ ਹੋਈ ਹੈ 1857 ਦੇ ਵਿੱਚ। ਰਾਸ਼ਟਰੀ ਕਾਂਗਰਸ ਦਲ ਦੀ ਜਿਹੜੀ ਸਥਾਪਨਾ ਹੋਈ ਹੈ ਉਹ 1885 ਦੇ ਵਿੱਚ ਹੋਈ ਹੈਗੀ। ਪ੍ਰਾਰਥਨਾ ਸਮਾਜ ਦੀ ਸਥਾਪਨਾ ਜਿਹੜੀ ਹੈ ਉਹ 1867 ਦੇ ਵਿੱਚ ਹੋਈ ਸੀਗੀ। ਰਾਮਕ੍ਰਿਸ਼ਨ ਮਿਸ਼ਨ ਜਿਹੜਾ ਸੀ ਉਹਦੀ ਸਥਾਪਨਾ 1897 ਦੇ ਵਿੱਚ ਹੋਈ ਸੀਗੀ। ਸੱਤਿਆ ਸੋਧਕ ਸਮਾਜ ਜਿਹੜਾ ਸੀ ਉਸ ਦੀ ਸਥਾਪਨਾ 1873 ਦੇ ਵਿੱਚ ਹੋਈ ਸੀਗੀ। ਅਲੀਗੜ੍ਹ ਅੰਦੋਲਨ ਜਿਹੜਾ ਹੈ ਉਹ ਸਟੈਬਲਿਸ਼ ਹੋਇਆ ਸੀਗਾ 1862 ਦੇ ਵਿੱਚ ਅਤੇ ਅਹਿਮਦੀਆ ਅੰਦੋਲਨ ਜਿਹੜਾ ਸੀ ਉਹ 1853 ਦੇ ਵਿੱਚ ਸ਼ੁਰੂ ਹੋਇਆ ਸੀ ਅਤੇ ਪਾਰਸੀ ਸੁਧਾਰ ਅੰਦੋਲਨ ਜਿਹੜਾ ਸੀ ਇਹ 1851 ਦੇ ਵਿੱਚ ਸ਼ੁਰੂ ਹੋਇਆ ਸੀਗਾ। ਓਕੇ, ਇਸ ਤੋਂ ਇਲਾਵਾ ਥਿਓਸੋਫੀਕਲ ਸਭਾ ਜਿਹੜੀ ਸੀਗੀ ਉਹ 1875 ਦੇ ਵਿੱਚ ਹੋਂਦ ਦੇ ਵਿੱਚ ਆਈ ਸੀ। ਔਰ ਇਸ ਤੋਂ ਇਲਾਵਾ ਕੂਕਾ ਲਹਿਰ ਜਿਹੜੀ ਕਿ ਕੂਕਾ ਮਾਰਦੀ ਹੁੰਦੀ ਸੀ ਨਾ, ਸੋਹਣ ਸਿੰਘ ਭਕਨਾ ਜਿਹੜੇ ਕਹਿ ਸਕਦੇ ਹਾਂ ਕਿ ਇਹਨਾਂ ਦੇ ਕੁਝ ਇੰਪੋਰਟੈਂਟ ਜਿਹੜੇ ਲੀਡਰ ਰਹੇ ਸੀਗੇ। ਸੋ ਇਹਨਾਂ ਦਾ ਜਨਮ ਜਿਹੜਾ ਹੈ ਉਹ 19ਵੀਂ ਸਦੀ ਦੇ ਵਿੱਚ ਹੋਇਆ ਸੀਗਾ। ਓਕੇ, ਇਸ ਤੋਂ ਇਲਾਵਾ ਸਿੰਘ ਸਭਾ ਅੰਦੋਲਨ ਜਿਹੜਾ ਹੈ ਉਹ 1 ਅਕਤੂਬਰ 1873 ਦੇ ਵਿੱਚ ਅੰਮ੍ਰਿਤਸਰ ਦੇ ਵਿਖੇ ਇਸ ਦੀ ਜਿਹੜੀ ਸਥਾਪਨਾ ਕੀਤੀ ਗਈ ਸੀਗੀ ਸਿੰਘ ਸਭਾ ਅੰਦੋਲਨ ਦੀ। 1 ਅਕਤੂਬਰ 1873 ਦੇ ਵਿੱਚ ਅੰਮ੍ਰਿਤਸਰ ਦੇ ਸਥਾਨ ਦੇ ਉੱਪਰ ਸੀ। ਔਰ ਇਸ ਦਾ ਜਿਹੜਾ ਪ੍ਰਧਾਨ ਹੈ ਉਹ ਸਰਦਾਰ ਠਾਕਰ ਸਿੰਘ ਸੰਧਾਵਾਲੀਆ ਬਣਾਇਆ ਗਿਆ ਸੀ ਅਤੇ ਇਸ ਦਾ ਸਕੱਤਰ ਜਿਹੜਾ ਸੀਗਾ ਉਹ ਗਿਆਨੀ ਗਿਆਨ ਸਿੰਘ ਸੀਗਾ। ਠੀਕ ਹੈ, ਬਟ ਇਹਨਾਂ ਦੋਨਾਂ ਦੇ ਵਿੱਚ ਮਤਭੇਦ ਹੋਣ ਕਰਕੇ ਇਹ ਲਾਹੌਰ ਵਿਖੇ ਜਿਹੜਾ ਹੈ ਨਾ ਗੁਰਮੁਖ ਸਿੰਘ ਨੇ ਇਸ ਨੂੰ 1879 ਦੇ ਵਿੱਚ ਇੱਕ ਆਪਣੀ ਵੱਖਰੀ ਜਿਹੜੀ ਸਿੰਘ ਸਭਾ ਕਾਇਮ ਕਰ ਲਈ ਸੀਗੀ।
79 ਦੇ ਵਿੱਚ, ਯਾਨੀ ਕਿ ਕਹਿ ਸਕਦੇ ਹੈਗੇ ਆ ਕਿ 6 ਸਾਲਾਂ ਬਾਅਦ ਹੀ ਇਹਨਾਂ ਦੇ ਵਿੱਚ ਮਤਭੇਦ ਹੋ ਗਿਆ ਸੀ। ਤਾਂ ਗੁਰਮੁਖ ਸਿੰਘ ਨੇ ਆਪਣੀ ਅਲੱਗ ਤੋਂ ਜਿਹੜੀ ਹੈ ਨਾ ਇਸ ਦੀ ਕਹਿ ਸਕਦੇ ਹਾਂ ਸਥਾਪਨਾ ਕਰ ਲਿੱਤੀ ਸੀ। ਬਟ ਬਾਅਦ ਦੇ ਵਿੱਚ ਇਹ ਜਿਹੜੇ ਮਤਭੇਦ ਸੀਗੇ ਸਹੀ ਹੋ ਗਏ ਸੀ, ਖਤਮ ਹੋ ਗਏ ਸੀਗੇ, ਔਰ ਜਿਸ ਕਾਰਨ ਕਰਕੇ ਹੈ ਨਾ ਉਸੇ ਤਰੀਕੇ ਦੇ ਨਾਲ ਫਿਰ ਚੱਲ ਪਿਆ ਸੀ ਇਹਨਾਂ ਦਾ ਕੰਮ। ਔਰ ਇਹਨਾਂ ਦਾ ਮੁੱਖ ਉਦੇਸ਼ ਜਾਂ ਨਿਸ਼ਚਾ ਕੀ ਰਿਹਾ ਸੀਗਾ ਕਿ ਸਿੱਖ ਧਰਮ ਦੀ ਜਿਹੜੀ ਪਵਿੱਤਰਤਾ ਹੈ ਉਸ ਨੂੰ ਮੁੜ ਤੋਂ ਕਾਇਮ ਕੀਤਾ ਜਾ ਸਕੇ, ਗੁਰਦੁਆਰਿਆਂ ਦੇ ਵਿੱਚ ਸੁਧਾਰ ਕੀਤਾ ਜਾਵੇ, ਪੰਜਾਬੀ ਭਾਸ਼ਾ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾਵੇ, ਪੰਜਾਬੀ ਨੂੰ ਪ੍ਰਮੋਟ ਕੀਤਾ ਜਾਵੇ, ਇਸਤਰੀ ਸਿੱਖਿਆ ਦੇ ਉੱਪਰ ਜ਼ੋਰ ਦਿੱਤਾ ਸੀ ਇਹਨਾਂ ਨੇ। ਠੀਕ ਹੈ, ਕੰਨਿਆ ਹੱਤਿਆ ਦੇ ਉੱਪਰ ਰੋਕ ਅਤੇ ਵਿਧਵਾ ਵਿਆਹ ਦੇ ਪੱਖ ਦੇ ਵਿੱਚ ਇਹਨਾਂ ਨੇ ਗੱਲ ਕੀਤੀ ਸੀ ਸਿੰਘ ਸਭਾ ਨੇ। ਠੀਕ ਹੈ, ਔਰ ਕਈ ਜਿਹੜੇ ਯਤੀਮਖਾਨੇ ਖੋਲ੍ਹੇ ਸੀਗੇ, ਅੰਧ ਆਸ਼ਰਮ ਖੋਲ੍ਹੇ ਸੀਗੇ ਤਾਂ ਕਿ ਜਿਹੜੇ ਯਤੀਮਖਾਨਿਆਂ ਦੇ ਵਿੱਚ ਬੱਚਿਆਂ ਨੂੰ ਰੱਖਿਆ ਜਾ ਸਕੇ, ਅੰਧ ਆਸ਼ਰਮ ਜਿੱਥੇ ਬਜ਼ੁਰਗਾਂ ਨੂੰ ਜਿਹੜਾ ਰੱਖਿਆ ਜਾ ਸਕੇ ਤਾਂ ਕਿ ਉਹਨਾਂ ਦੀ ਸਾਂਭ ਸੰਭਾਲ ਜਿਹੜੀ ਹੈ ਉਹ ਕੀਤੀ ਜਾ ਸਕੇ। ਸਿੱਖਿਆ ਅਤੇ ਸਾਹਿਤ ਖੇਤਰ ਦੇ ਵਿੱਚ ਵੀ ਇਹਨਾਂ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕੀਤਾ ਸੀਗਾ, ਬਹੁਤ ਪ੍ਰਮੋਟ ਕੀਤਾ ਪੰਜਾਬੀ ਸਾਹਿਤ ਨੂੰ, ਇਸ ਤੋਂ ਇਲਾਵਾ ਹੋਰ ਸਾਹਿਤ ਨੂੰ ਵੀ, ਤਾਂ ਕਿ ਵੱਧ ਤੋਂ ਵੱਧ ਜਿਹੜੇ ਲੋਕ ਨੇ ਉਹ ਜਾਗਰੂਕ ਹੋਣ। ਇਸ ਤੋਂ ਇਲਾਵਾ ਕੰਨਿਆ ਮਹਾਵਿਦਿਆਲਿਆ ਦੀ ਜਿਹੜੀ ਸਥਾਪਨਾ ਹੈ ਉਹ ਸਿੰਘ ਸਭਾ ਦੇ ਦੁਆਰਾ ਕੀਤੀ ਗਈ ਸੀਗੀ। ਚੀਫ ਖਾਲਸਾ ਦੀਵਾਨ ਜਿਹੜਾ ਕਿ 1902 ਦੇ ਵਿੱਚ ਹੋਂਦ ਦੇ ਵਿੱਚ ਆਇਆ ਸੀ, ਉਹ ਇਸੇ ਦੀ ਹੀ ਹੋਂਦ ਸੀਗੀ, ਯਾਨੀ ਕਿ ਇਸ ਦੇ ਵਿੱਚੋਂ ਹੀ ਉਪਜਿਆ ਹੋਇਆ ਇੱਕ ਰੂਪ ਸੀਗਾ ਚੀਫ ਖਾਲਸਾ ਦੀਵਾਨ। ਓਕੇ, ਨੈਕਸਟ ਹੈ 8 ਨੰਬਰ, ਈਸਟ ਇੰਡੀਆ ਕੰਪਨੀ ਨੇ ਪਹਿਲੀ ਵਪਾਰਕ ਫੈਕਟਰੀ ਸਥਾਪਿਤ ਕੀਤੀ ਸੀ। ਆਪਸ਼ਨ 1 ਹੈ ਦਮਨ ਵਿਖੇ, ਆਪਸ਼ਨ 2 ਹੈ ਬੰਬਈ ਵਿਖੇ, ਆਪਸ਼ਨ 3 ਹੈ ਕਲਕੱਤਾ ਵਿਖੇ ਅਤੇ ਆਪਸ਼ਨ 4 ਹੈ ਸੂਰਤ ਵਿਖੇ। ਤਾਂ ਈਸਟ ਇੰਡੀਆ ਕੰਪਨੀ ਨੇ ਪਹਿਲੀ ਵਪਾਰਕ ਫੈਕਟਰੀ ਜਿਹੜੀ ਸੀ ਉਹ ਸੂਰਤ ਦੇ ਵਿੱਚ ਐਸਟੈਬਲਿਸ਼ ਕੀਤੀ ਸੀਗੀ। ਓਕੇ, ਔਰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀਆਂ ਕੁਝ ਬਸਤੀਆਂ ਦਾ ਜਿਹੜਾ ਨਾਮ ਇੱਥੇ ਜ਼ਿਕਰਯੋਗ ਹੈ। ਸੋ ਪਹਿਲੀ ਜਿਹੜੀ ਕਹਿ ਸਕਦੇ ਹਾਂ ਕਲਕੱਤਾ ਵਿਖੇ ਸੀ ਇਹਨਾਂ ਦੀ ਜਿਹੜੀ ਕੰਪਨੀ, ਦੂਸਰੀ ਸੀ ਬੰਬਈ, ਤੀਸਰੀ ਮਦਰਾਸ ਵਿਖੇ, ਚੌਥੀ ਵਡੋਦਰਾ ਵਿਖੇ ਅਤੇ ਅਹਿਮਦਾਬਾਦ ਵਿਖੇ। ਇਹ 5 ਜਿਹੜੇ ਸਥਾਨ ਸੀਗੇ ਜਿੱਥੇ ਬ੍ਰਿਟਿਸ਼ ਈਸਟ ਇੰਡੀਆ ਦੀਆਂ ਜਿਹੜੀਆਂ ਕੰਪਨੀ ਦੀਆਂ ਬਸਤੀਆਂ ਐਸਟੈਬਲਿਸ਼ ਕੀਤੀਆਂ ਗਈਆਂ ਸੀਗੀਆਂ। ਫਰਾਂਸੀਸੀ ਦੀਆਂ ਜਿਹੜੀਆਂ ਬਸਤੀਆਂ ਸੀਗੀਆਂ ਉਹ ਮਾਹੀ ਵਿਖੇ, ਪਾਂਡੂਚੇਰੀ ਵਿਖੇ, ਜਨਵਾਮ ਵਿਖੇ, ਚੰਦਰ ਨਗਰ ਵਿਖੇ, ਸੂਰਤ ਵਿਖੇ, ਜੋ ਕਿ ਪਹਿਲੀ ਵਪਾਰਕ ਫੈਕਟਰੀ ਮੰਨੀ ਜਾਂਦੀ ਹੈਗੀ। ਸੋ ਫਰਾਂਸੀਸੀਆਂ ਨੇ ਸੂਰਤ ਦੇ ਵਿੱਚ ਜਿਹੜੀ ਉਹ ਐਸਟੈਬਲਿਸ਼ ਕੀਤੀ ਸੀਗੀ। ਓਕੇ, ਤੀਸਰੀ ਹੈਗੀ ਆ ਡੱਚ, ਜਿਹਨੂੰ ਹਾਲੈਂਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਜਾਂ ਜਿਹੜਾ ਨਵਾਂ ਨਾਮ ਇਸ ਦਾ ਹਾਲੈਂਡ ਦਾ ਉਸਨੂੰ ਨੀਦਰਲੈਂਡ ਕਿਹਾ ਜਾਂਦਾ ਹੈ। ਸੋ ਇਹਨਾਂ ਨੇ ਵੀ ਕੋਚੀਨ, ਸੂਰਤ ਅਤੇ ਆਗਰਾ ਅਤੇ ਪੁਲੀਕਟ ਵਿਖੇ ਜਿਹੜੀਆਂ ਆਪਣੀਆਂ ਬਸਤੀਆਂ ਦੀ ਐਸਟੈਬਲਿਸ਼ਮੈਂਟ ਕੀਤੀ ਸੀ। ਉਹ ਡੱਚ ਵੀ ਜਿਹੜੇ ਕਹਿ ਸਕਦੇ ਹਨ ਇੱਥੇ ਰਾਜ ਕਰਕੇ ਗਏ ਸੀਗੇ, ਜੋ ਕਿ ਨੀਦਰਲੈਂਡ ਦੇ ਨਿਵਾਸੀ ਸੀਗੇ। ਨੈਕਸਟ ਆਉਂਦਾ ਹੈ ਪੁਰਤਗਾਲੀ। ਸੋ ਪੁਰਤਗਾਲੀਆਂ ਨੇ ਆਪਣੀਆਂ ਜਿਹੜੀਆਂ ਬਸਤੀਆਂ ਨੇ ਉਹ ਦੀਪ, ਦਮਨ, ਸਾਮਸੈਨ, ਗੋਆ ਅਤੇ ਕਾਲੀਕਟ ਦੇ ਸਥਾਨਾਂ ਦੇ ਉੱਪਰ ਜਿਹੜੀ ਐਸਟੈਬਲਿਸ਼ ਕੀਤੀਆਂ ਸੀਗੀਆਂ। ਸੋ ਇੱਥੇ ਉਹਨਾਂ ਨੇ ਆਪਣੀਆਂ ਸਾਰੀਆਂ ਹੈ ਨਾ ਬਸਤੀਆਂ ਐਸਟੈਬਲਿਸ਼ ਕੀਤੀਆਂ ਸੀ ਤਾਂ ਕਿ ਉਹਨਾਂ ਨੂੰ ਪੂਰਾ ਕੰਟਰੋਲ ਕੀਤਾ ਜਾ ਸਕੇ। ਇਸ ਤੋਂ ਇਲਾਵਾ ਡੈਨਿਸ ਯਾਨੀ ਕਿ ਡੈਨਮਾਰਕ ਨੇ ਕੀ ਕਹਿ ਸਕਦੇ ਹੈਗੇ ਟਰਾਵਨਕੋਨ ਅਤੇ ਸੇਰਮਪੁਰਮ ਜਿਹੜੇ ਕਿ ਪੱਛਮੀ ਬੰਗਾਲ ਦੇ ਵਿੱਚ ਸਥਿਤ ਸੀ, ਅਤੇ ਇਸ ਤੋਂ ਇਲਾਵਾ ਨਿਕੋਬਾਰ ਦੀਪ ਦੇ ਵਿੱਚ ਜੋ ਕਿ 1868 ਦੇ ਵਿੱਚ ਬ੍ਰਿਟਿਸ਼ ਕੰਪਨੀ ਨੂੰ ਵੇਚ ਦਿੱਤਾ ਗਿਆ ਸੀ। ਸੋ ਇੱਥੇ ਡੈਨਮਾਰਕ ਯਾਨੀ ਕਿ ਡੈਨਿਸ ਨੇ ਜਿਹੜਾ ਹੈ ਆਪਣੀਆਂ ਬਸਤੀਆਂ ਐਸਟੈਬਲਿਸ਼ ਜਿਹੜੀਆਂ ਉਹ ਕੀਤੀਆਂ ਹੋਈਆਂ ਸੀਗੀਆਂ। ਓਕੇ, ਨੈਕਸਟ ਹੈ 9 ਨੰਬਰ, ਭਾਰਤ ਦੇ ਵਿੱਚ ਪਹਿਲਾ ਚਾਹ ਦਾ ਬਾਗ ਲਗਾਇਆ ਗਿਆ। ਸੋ ਆਪਸ਼ਨ 1 ਹੈ ਡੱਚ ਨੇ, ਆਪਸ਼ਨ 2 ਹੈ ਅੰਗਰੇਜ਼ਾਂ ਨੇ, ਆਪਸ਼ਨ 3 ਹੈ ਪੁਰਤਗਾਲੀਆਂ ਨੇ ਅਤੇ ਆਪਸ਼ਨ 4 ਹੈ ਫਰਾਂਸੀਸੀਆਂ ਨੇ। ਭਾਰਤ ਦੇ ਵਿੱਚ ਸਭ ਤੋਂ ਪਹਿਲਾ ਚਾਹ ਦਾ ਬਾਗ ਜਿਹੜਾ ਹੈ ਉਹ ਅੰਗਰੇਜ਼ਾਂ ਦੇ ਦੁਆਰਾ ਲਗਾਇਆ ਗਿਆ ਸੀ। ਸੋ ਪਹਿਲਾਂ ਚਾਹ ਜਿਹੜੀ ਇੱਥੇ ਨਹੀਂ ਬੀਜੀ ਜਾਂਦੀ ਸੀ। ਠੀਕ ਹੈ, ਸੋ ਇਸ ਨੂੰ ਸ਼ੁਰੂਆਤ ਹੁੰਦੀ ਹੈਗੀ ਆ ਅੰਗਰੇਜ਼ਾਂ ਦੇ ਦੁਆਰਾ ਭਾਰਤ ਦੇ ਵਿੱਚ, ਬਹੁਤ ਇੰਪੋਰਟੈਂਟ ਹੈ। ਤਾਂ ਚਾਹ ਦਾ ਜਿਹੜਾ ਜਨਮ ਸਥਾਨ ਹੈ ਜਿੱਥੋਂ ਇਹ ਹੋਂਦ ਦੇ ਵਿੱਚ ਹੈ ਜਾਂ ਜਿੱਥੋਂ ਦਾ ਇਹ ਪੌਦਾ ਹੈ ਤਾਂ ਉਹ ਹੈ ਚੀਨ ਦੇ ਵਿੱਚ ਚਾਹ ਦਾ ਜਿਹੜਾ ਜਨਮ ਹੋਇਆ ਹੈਗਾ। ਅਤੇ ਅੰਗਰੇਜ਼ਾਂ ਨੇ 1852 ਦੇ ਵਿੱਚ ਅਸਮ ਦੇ ਵਿੱਚ ਪਹਿਲਾ ਚਾਹ ਦਾ ਬਾਗ ਲਗਾਇਆ ਸੀ। ਬਹੁਤ ਇੰਪੋਰਟੈਂਟ ਹੈ, 1852 ਦੇ ਵਿੱਚ ਚਾਹ ਦਾ ਪਹਿਲਾ ਜਿਹੜਾ ਬਾਗ ਹੈ ਉਹ ਅਸਮ ਦੇ ਵਿੱਚ ਲਗਾਇਆ ਗਿਆ ਸੀਗਾ ਅੰਗਰੇਜ਼ਾਂ ਦੇ ਦੁਆਰਾ। ਔਰ 1840 ਦੇ ਵਿੱਚ ਕੌਫੀ ਦਾ ਬਾਗ ਲਗਾਇਆ ਗਿਆ ਸੀ, ਅਤੇ ਇਹ ਸਭ ਤੋਂ ਪਹਿਲਾ ਬਾਗ ਜਿਹੜਾ ਹੈ ਉਹ ਦੱਖਣੀ ਭਾਰਤ ਦੇ ਵਿੱਚ ਲਗਾਇਆ ਗਿਆ ਸੀਗਾ 1840 ਦੇ ਵਿੱਚ। ਓਕੇ, ਬਾਅਦ ਦੇ ਵਿੱਚ ਇਹ ਕੌਫੀ ਦੇ ਬਾਗ ਮੈਸੂਰ, ਨੀਲਗਿਰੀ ਅਤੇ ਮਾਲਾਬਾਰ ਦੇ ਜਿਹੜੇ ਤੱਟ ਸੀਗੇ ਉੱਥੇ ਵੀ ਲਗਾ ਦਿੱਤੇ ਗਏ ਸੀਗੇ। ਨੈਕਸਟ ਹੈ 10 ਨੰਬਰ, 1857 ਦੀ ਕ੍ਰਾਂਤੀ ਸਮੇਂ ਇੰਗਲੈਂਡ ਦੀ ਮਹਾਰਾਣੀ ਕੌਣ ਸੀ? ਆਪਸ਼ਨ 1 ਹੈ ਮਹਾਰਾਣੀ ਏਲੀਆ, ਆਪਸ਼ਨ 2 ਹੈ ਮਹਾਰਾਣੀ ਐਲਿਜ਼ਾਬੈਥ, ਆਪਸ਼ਨ 3 ਹੈ ਮਹਾਰਾਣੀ ਵਿਕਟੋਰੀਆ ਅਤੇ ਆਪਸ਼ਨ 4 ਹੈ ਮਹਾਰਾਣੀ ਆਇਰਸ। ਤਾਂ ਜਦੋਂ 1857 ਦੀ ਕ੍ਰਾਂਤੀ ਹੋਈ ਸੀ ਤਾਂ ਉਸ ਸਮੇਂ ਇੰਗਲੈਂਡ ਦੀ ਮਹਾਰਾਣੀ ਜਿਹੜੀ ਸੀ ਉਹ ਮਹਾਰਾਣੀ ਵਿਕਟੋਰੀਆ ਸੀਗੀ, ਜਿਸ ਸਮੇਂ ਭਾਰਤ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ 1857 ਦਾ ਵਿਦਰੋਹ ਸ਼ੁਰੂ ਹੋਇਆ ਸੀ ਜਾਂ ਕ੍ਰਾਂਤੀ ਹੋਈ ਸੀਗੀ। ਓਕੇ, ਤਾਂ 1857 ਦੀ ਕ੍ਰਾਂਤੀ ਦੇ ਵਿਰੋਧ ਸਮੇਂ ਭਾਰਤ ਦਾ ਰਾਸ਼ਟਰੀ ਸ਼ਾਸਕ ਜਿਹੜਾ ਉਹ ਬਹਾਦਰ ਸ਼ਾਹ ਸੀਗਾ। ਠੀਕ ਹੈ, ਸੋ ਉਸ ਨੂੰ ਇਸੇ ਦੇ ਵਿੱਚ ਪਾਰਟੀਸਪੇਟ ਕਰਨ ਦੇ ਕਾਰਨ ਹੀ ਰੰਗੂਨ ਦੇ ਵਿੱਚ ਹੈ ਨਾ ਉਮਰ ਕੈਦ ਦੀ ਜਿਹੜੀ ਸਜ਼ਾ ਭੁਗਤਣੀ ਪਈ ਸੀਗੀ। ਸੋ ਇਹਦਾ ਕਾਰਨ ਇਹੀ ਸੀਗਾ ਕਿਉਂਕਿ ਉਹਨਾਂ ਨੇ ਇਸ ਦੇ ਵਿੱਚ ਪਾਰਟੀਸਪੇਟ ਕੀਤਾ ਸੀ। ਔਰ ਉਸ ਸਮੇਂ ਭਾਰਤ ਦਾ ਸੈਨਾਪਤੀ ਜਿਹੜਾ ਉਹ ਬਖਤ ਸਿੰਘ ਸੀਗਾ ਜਦੋਂ 1857 ਦੀ ਕ੍ਰਾਂਤੀ ਹੋਈ ਸੀਗੀ। ਗਵਰਨਰ ਜਨਰਲ ਜਿਹੜਾ ਉਸ ਸਮੇਂ ਲਾਰਡ ਕੈਨਿੰਗ ਸੀਗਾ, ਜੋ ਕਿ ਅੰਤਮ ਗਵਰਨਰ ਜਨਰਲ ਅਤੇ ਬ੍ਰਿਟਿਸ਼ ਸਰਕਾਰ ਦੇ ਵੱਲੋਂ ਨਿਯੁਕਤ ਕੀਤਾ ਜਾਣ ਵਾਲਾ ਭਾਰਤ ਦਾ ਪਹਿਲਾ ਵਾਇਸਰਾਏ ਸੀਗਾ।
ध्यान रखना। ਲਾਰਡ ਕੈਨਿੰਗ ਸੀਗਾ ਜਿਹੜਾ ਗਵਰਨਰ ਜਨਰਲ ਸੀ ਜਦੋਂ 1857 ਦੀ ਕ੍ਰਾਂਤੀ ਹੋਈ ਸੀਗੀ, ਔਰ ਅੰਤਮ ਗਵਰਨਰ ਜਨਰਲ ਰਿਹਾ ਹੈਗਾ ਗਾ ਅਤੇ ਬ੍ਰਿਟਿਸ਼ ਸਰਕਾਰ ਦੇ ਵੱਲੋਂ ਨਿਯੁਕਤ ਕੀਤਾ ਜਾਣ ਵਾਲਾ ਪਹਿਲਾ ਵਾਇਸਰਾਏ ਜਿਹੜਾ ਉਹ ਬਣਦਾ ਹੈ ਭਾਰਤ ਦਾ। ਠੀਕ ਹੈ, ਲਾਰਡ ਕੈਨਿੰਗ। ਪੰਜਾਬ ਵੈਲਿਸ 29 ਮਾਰਚ 1849 ਨੂੰ ਇਸ ਸਮੇਂ ਇੰਗਲੈਂਡ ਦੀ ਮਹਾਰਾਣੀ ਜਿਹੜੀ ਵਿਕਟੋਰੀਆ ਸੀ, ਜਿਸ ਦਾ ਕਾਰਜਕਾਲ 1837 ਤੋਂ ਲੈ ਕੇ 1901 ਤੱਕ ਦਾ ਸੀਗਾ। ਠੀਕ ਹੈ, ਸੋ ਇਹ ਪਰਮਾਨੈਂਟਲੀ ਹੁੰਦਾ ਹੈ, ਜੱਦੀ ਹੁੰਦਾ ਹੈ ਆਉਂਦਾ, ਸੋ ਇਸ ਕਰਕੇ ਇਹ ਕਾਫੀ ਲੰਮੇ ਸਿੱਖ ਜਿਹੜਾ ਸ਼ਾਸਨ ਕਰਦੇ ਹੈਗੇ ਨੇ। ਭਾਰਤ ਦੀ ਆਜ਼ਾਦੀ ਦੇ ਸਮੇਂ ਇੰਗਲੈਂਡ ਦਾ ਮਹਾਰਾਜਾ ਜਿਹੜਾ ਸੀਗਾ ਉਹ ਜਾਰਜ ਚੌਥਾ ਸੀਗਾ, ਔਰ ਪ੍ਰਧਾਨ ਮੰਤਰੀ ਉਸ ਸਮੇਂ ਮਿਸਟਰ ਏਟਲੀ ਸੀਗਾ, ਅਤੇ ਉਸ ਸਮੇਂ ਇੰਗਲੈਂਡ ਦੇ ਵਿੱਚ ਲੇਬਰ ਪਾਰਟੀ ਦੀ ਜਿਹੜੀ ਸਰਕਾਰ ਬਣੀ ਹੋਈ ਸੀਗੀ ਜਦੋਂ ਸਾਡੇ ਭਾਰਤ ਨੂੰ ਆਜ਼ਾਦ ਕੀਤਾ ਗਿਆ ਸੀ, ਅਤੇ ਭਾਰਤ ਦਾ ਆਖਰੀ ਅੰਗਰੇਜ਼ ਵਾਇਸਰਾਏ ਜਿਹੜਾ ਸੀ ਉਹ ਲਾਰਡ ਮਾਊਂਟਬੈਟਨ ਰਿਹਾ ਸੀਗਾ। ਸੋ ਇਸ ਤੋਂ ਬਾਅਦ ਜਿਹੜਾ ਕਹਿ ਸਕਦੇ ਹਾਂ ਸਾਡੇ ਭਾਰਤ ਨੂੰ ਆਜ਼ਾਦ ਕਰ ਦਿੱਤਾ ਗਿਆ ਸੀ। ਠੀਕ ਹੈ, ਸੋ ਮੋਸਟ ਇੰਪੋਰਟੈਂਟ ਫੈਕਟਰ ਸੀ। ਸੋ ਉਮੀਦ ਕਰਦਾ ਕਿ ਸਾਰਿਆਂ ਦੇ ਲਈ ਹੈਲਪਫੁਲ ਰਹਿਣਗੇ, ਸਭ ਨੂੰ ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲੂਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਹੈ ਜਿਹੜੀ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ, ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮੱਚ।